ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम जी। तो व्यूअर्स ਅੱਜ ਤੁਹਾਡੇ ਲਈ ਆਟਾ ਗੁੰਨਣ ਦਾ ਬਹੁਤ ਹੀ ਆਸਾਨ ਜਿਹਾ ਤਰੀਕਾ ਲੈ ਕੇ ਆਏ ਹਾਂ ਕਿ ਸਿਰਫ 3 ਤੋਂ 4 ਮਿੰਟ ਲੱਗਣਗੇ ਤੇ ਤੁਹਾਡਾ ਆਟਾ ਜਿਹੜਾ ਵਾ ਬਹੁਤ ਹੀ ਆਸਾਨੀ ਨਾਲ ਗੁੰਨਿਆ ਜਾਏਗਾ। ਦੇਖੋ ਕਿੰਨਾ ਸੋਹਣਾ ਨਰਮ ਸੌਫਟ ਮੱਖਣ ਮਲਾਈ ਵਰਗਾ ਆਟਾ ਗੁੰਨ ਕੇ ਆਪਣਾ ਤਿਆਰ ਹੋਇਆ ਵਾ। ਤੇ ਸਭ ਤੋਂ ਪਹਿਲੇ ਆਪਾਂ ਆਟਾ ਗੁੰਨਣ ਵਾਸਤੇ ਬਰਤਨ ਲੈ ਲਾਂਗੇ। ਕੋਸ਼ਿਸ਼ ਕਰਿਆ ਕਰੋ ਕਿ ਕੱਚੀ ਕਨਾਲੀ ਦੇ ਵਿੱਚ ਹੀ ਇਹ ਤੁਸੀਂ ਆਟਾ ਗੁੰਨੋ, ਕਿਉਂਕਿ ਇਹਦੀ ਜਿਹੜੀ ਤਾਸੀਰ ਹੁੰਦੀ ਆ ਮਿੱਟੀ ਦੀ ਉਹ ਠੰਡੀ ਹੁੰਦੀ ਆ। ਤੇ ਇਸ ਤੋਂ ਵੀ ਜ਼ਿਆਦਾ ਜੇ ਅੱਛੀ ਕੋਸ਼ਿਸ਼ ਤੁਸੀਂ ਕਰਨੀ ਹੈ ਤੇ ਇਹ ਮੇਰੇ ਕੋਲ ਕਨਾਲੀ ਜਿਹੜੀ ਹੈ ਨਾ ਪੇਂਟ ਵਾਲੀ ਆ, ਤੇ ਪੇਂਟ ਵਾਲੀ ਕਨਾਲੀ ਨਹੀਂ ਹੋਣੀ ਚਾਹੀਦੀ। ਪੇਂਟ ਤੋਂ ਬਗੈਰ ਵਾਲੀ ਜਿਹੜੀ ਬਿਲਕੁਲ ਕੱਚੀ ਕੋਰੀ ਕਨਾਲੀ ਹੁੰਦੀ ਆ ਉਹ ਕਨਾਲੀ ਲਓਗੇ ਤੇ ਜ਼ਿਆਦਾ ਫਾਇਦਾ ਹੋਏਗਾ, ਕਿਉਂਕਿ ਆਟਾ ਤੇ ਹਰ ਘਰ ਦੇ ਵਿੱਚ ਗੁੰਨਿਆ ਜਾਂਦਾ, ਲੇਕਿਨ ਜਦੋਂ ਆਪਾਂ ਆਟੇ ਨੂੰ ਵੀ ਥੋੜਾ ਇਸ ਤਰੀਕੇ ਨਾਲ ਗੁੰਨਾਂਗੇ ਕਿ ਉਹਦੇ ਵਿੱਚ ਵੀ ਕੋਈ ਅੱਛੀ ਤਾਸੀਰ ਪੈਦਾ ਹੋਵੇ ਤੇ ਉਹ ਤੁਹਾਡੇ ਪੇਟ ਦੀਆਂ ਤੇ ਮਿਹਦੇ ਦੀਆਂ ਬਿਮਾਰੀਆਂ ਵਾਸਤੇ ਵੀ ਬਿਹਤਰ ਰਹੇਗਾ। ਤੇ ਇਸ ਲਈ ਤੁਸੀਂ ਕੋਸ਼ਿਸ਼ ਕਰਨੀ ਹੈ। ਮੇਰੀ ਉਹ ਕਨਾਲੀ ਹੈਗੀ ਹੈ ਮੇਰੇ ਕੋਲ, ਲੇਕਿਨ ਉਹ ਛੋਟੀ ਸੀ, ਆਟਾ ਥੋੜਾ ਜ਼ਿਆਦਾ ਗੁੰਨਣਾ ਸੀ, ਇਸ ਵਾਸਤੇ ਮੈਂ ਇਹੀ ਕਨਾਲੀ ਇਸਤੇਮਾਲ ਕੀਤੀ ਹੈ। ਤੇ ਇੱਕ ਹੁਣ ਆਪਾਂ ਬਰਤਨ ਲੈ ਲਾਂਗੇ, ਉਹਦੇ ਵਿੱਚ ਆਪਾਂ ਪਾਣੀ ਸ਼ਾਮਿਲ ਕਰਾਂਗੇ। ਗਰਮੀ ਦਾ ਮੌਸਮ ਆ ਤੇ ਗਰਮੀ ਦੇ ਮੌਸਮ ਦੇ ਵਿੱਚ ਬਿਲਕੁਲ ਵੀ ਟੂਟੀ ਦੇ ਪਾਣੀ ਦੇ ਨਾਲ ਜਾਂ ਗਰਮ ਪਾਣੀ ਦੇ ਨਾਲ ਆਟਾ ਨਹੀਂ ਗੁੰਨਿਆ ਜਾਂਦਾ। ਆਟਾ ਗੁੰਨਣ ਵਾਸਤੇ ਬਿਲਕੁਲ ਜਿਹੜਾ ਵਾ ਚਿਲ ਵਾਟਰ ਹੋਣਾ ਚਾਹੀਦਾ ਵਾ, ਬਿਲਕੁਲ ਠੰਡਾ ਪਾਣੀ ਮੈਂ ਫਰਿੱਜ ਦਾ ਲਿਆ ਵਾ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਥੋੜੀ ਜਿਹੀ ਜਗ੍ਹਾ ਆਟੇ ਦੇ ਵਿੱਚ ਬਣਾ ਕੇ ਤੇ ਉਹਦੇ ਵਿੱਚ ਥੋੜਾ ਥੋੜਾ ਕਰਕੇ ਆਪਾਂ ਪਾਣੀ ਸ਼ਾਮਿਲ ਕਰਾਂਗੇ। ਇੱਕ ਹੀ ਦਫਾ ਜ਼ਿਆਦਾ ਪਾਣੀ ਨਹੀਂ ਸ਼ਾਮਿਲ ਕਰਾਂਗੇ, ਕਿਉਂਕਿ ਜੇ ਤੁਸੀਂ ਇੱਕ ਹੀ ਦਫਾ ਪਾਣੀ ਸ਼ਾਮਿਲ ਕਰ ਲਓਗੇ ਤੇ ਆਟਾ ਤੁਹਾਡਾ ਜਿਹੜਾ ਵਾ ਜ਼ਿਆਦਾ ਨਰਮ ਹੋ ਜਾਏਗਾ। ਗਰਮੀ ਦੇ ਵਿੱਚ ਆਟਾ ਇੰਨਾ ਜ਼ਿਆਦਾ ਨਰਮ ਨਹੀਂ ਗੁੰਨਣਾ ਚਾਹੀਦਾ। ਗਰਮੀ ਦੇ ਵਿੱਚ ਆਟਾ ਥੋੜਾ ਜਿਹਾ ਸਖਤ ਹੋਵੇ ਤੇ ਉਹ ਥੋੜੀ ਦੇਰ 2-4 ਮਿੰਟ ਜਦੋਂ ਪਿਆ ਰਹਿੰਦਾ ਵਾ ਤੇ ਆਪੇ ਉਹ ਬਿਲਕੁਲ ਜ਼ਬਰਦਸਤ ਜਿਹਾ ਹੋ ਜਾਂਦਾ ਵਾ। ਜੇ ਆਪਾਂ ਪਹਿਲੇ ਹੀ ਨਰਮ ਗੁੰਨ ਲਾਂਗੇ ਤੇ ਰੋਟੀ ਜਿਹੜੀ ਪੇੜਾ ਹੱਥ ਦੇ ਵਿੱਚ ਕਾਬੂ ਨਹੀਂ ਆਉਂਦਾ, ਰੋਟੀ ਗੋਲ ਨਹੀਂ ਬਣਦੀ, ਰੋਟੀ ਫੈਲ ਜਾਂਦੀ ਹੈ ਜਲਦੀ। ਤੇ ਇਸ ਲਈ ਇਸ ਚੀਜ਼ ਦਾ ਤੁਸੀਂ ਖਿਆਲ ਰੱਖਣਾ ਵਾ। ਤੇ ਜੇ ਇਨ ਕੇਸ ਤੁਹਾਡੇ ਕੋਲ ਆਟਾ ਜ਼ਿਆਦਾ ਪਤਲਾ ਹੋ ਜਾਵੇ, ਤੁਸੀਂ ਇਹਦੇ ਵਿੱਚ ਇਹਦਾ ਨਾ ਆਟਾ ਹੋਰ ਖੁਸ਼ਕ ਪਾ ਕੇ ਇਹਨੂੰ ਸਖਤ ਕਰ ਸਕਦੇ ਹੋ, ਲੇਕਿਨ ਉਹ ਫਿਰ ਇਜ਼ਾਫੀ ਆਟਾ ਗੁੰਨਣ ਦਾ ਫਾਇਦਾ ਕੋਈ ਨਹੀਂ, ਕਿਉਂਕਿ ਆਪਾਂ ਆਟਾ ਉਨਾ ਹੀ ਗੁੰਨਣਾ ਹੁੰਦਾ ਵਾ ਜਿੰਨੀ ਕੁ ਆਪਾਂ ਨੂੰ ਜ਼ਰੂਰਤ ਹੁੰਦੀ ਆ। ਤੇ ਤਾਜ਼ਾ ਆਟਾ ਗੁੰਨ ਕੇ ਤੇ ਉਸੇ ਟਾਈਮ ਉਹਦੀ ਜਿਹੜੀ ਰੋਟੀ ਬਣਾਈ ਦੀ ਹੈ ਉਹ ਰੋਟੀ ਜ਼ਿਆਦਾ ਅੱਛੀ ਬਣਦੀ ਹੈ, ਬਜਾਏ ਇਹਦੇ ਕਿ ਫਰਿੱਜ ਦਾ ਆਟਾ ਹੋਵੇ, ਫਰੀਜ਼ ਕੀਤਾ ਹੋਇਆ ਆਟਾ ਹੋਵੇ, ਉਹਦੇ ਨਾਲ ਥੋੜੀ ਮੁਸ਼ਕਿਲ ਵੀ ਹੁੰਦੀ ਹੈ, ਮਿਹਨਤ ਵੀ ਜ਼ਿਆਦਾ ਲੱਗਦੀ ਹੈ ਰੋਟੀ ਬਣਨ 'ਤੇ। ਤੇ ਇਸ ਲਈ ਆਟੇ ਨੂੰ ਪਹਿਲੇ ਹੀ ਅੱਛੇ ਤਰੀਕੇ ਨਾਲ ਗੁੰਨ ਲਓ, ਤਾਂ ਕਿ ਜਿਹੜਾ ਵਾ ਤੁਹਾਡਾ ਨਾ ਹੋਰ ਕੋਈ ਮਸਲਾ ਤੁਹਾਨੂੰ ਨਾ ਲੱਗੇ, ਰੋਟੀ ਪਕਾਉਣੀ ਮੁਸ਼ਕਿਲ ਨਾ ਲੱਗੇ। ਕਿਉਂਕਿ ਆਟਾ ਸੋਹਣਾ ਗੁੰਨਿਆ ਹੋਏਗਾ ਤੇ ਰੋਟੀ ਪਕਾਉਣੀ ਜਿਹੜੀ ਆ ਬਹੁਤ ਹੀ ਆਸਾਨ ਲੱਗਦੀ ਹੈ। ਤੇ ਇਹਨੂੰ ਬਹੁਤ ਜਲਦੀ ਆਪਾਂ ਕਿਸ ਤਰੀਕੇ ਨਾਲ ਗੁੰਨਣਾ ਵਾ, ਆਪਾਂ ਇਹਨੂੰ ਬਿਲਕੁਲ ਵੀ ਕੁਝ ਲੋਕ ਰੈਸਟ 'ਤੇ ਰੱਖਦੇ ਆ, ਲੇਕਿਨ ਰੱਖ ਲੈਂਦੇ ਆ, ਲੇਕਿਨ ਇਹਦੇ ਨਾਲ ਕੀ ਹੁੰਦਾ ਵਾ, ਰੈਸਟ 'ਤੇ ਰੱਖ ਕੇ ਆਟਾ ਤੇ ਠੀਕ ਹੋ ਹੀ ਜਾਂਦਾ ਵਾ, ਲੇਕਿਨ ਥੋੜਾ ਜਿਹਾ ਵੀ ਹੁੰਦਾ ਕਿ ਇੱਕ ਕੰਮ ਲਟਕਦਾ ਰਹਿੰਦਾ ਵਾ, ਕਿ ਇੱਕ ਕੰਮ ਹੁਣ ਆਪਾਂ ਆਟਾ ਗੋਲ ਕਰਕੇ ਰੱਖ ਦਿੱਤਾ, ਇਹਨੂੰ ਫਿਰ ਠਹਿਰ ਕੇ ਗੁੰਨਾਂਗੇ। ਉਹਦੇ ਨਾਲੋਂ ਬਿਹਤਰ ਆ ਕਿ ਤੁਸੀਂ ਜੇ ਆਟੇ ਨੂੰ ਗੁੰਨਣ ਲੱਗਿਆ ਨਾ, ਆਟੇ ਨੂੰ ਥੋੜਾ ਜਿਹਾ ਤੁਸੀਂ ਥੋੜਾ ਜ਼ੋਰ ਦੇ ਨਾਲ, ਥੋੜੀ ਜਾਨ ਦੇ ਨਾਲ ਆਟੇ ਨੂੰ ਗੁੰਨ ਲਓ ਤੇ 2 ਤੋਂ 3 ਮਿੰਟ ਦੇ ਵਿੱਚ ਤੁਹਾਡਾ ਆਟਾ ਜਿਹੜਾ ਨਾ ਬਿਲਕੁਲ ਜ਼ਬਰਦਸਤ ਜਿਹਾ ਬਣ ਕੇ ਤਿਆਰ ਹੋ ਜਾਂਦਾ ਵਾ। ਦੇਖੋ ਮੈਂ ਆਟਾ ਸਾਰਾ ਗੋਲ ਵੀ ਕਰ ਲਿਆ ਤੇ ਇਹਨੂੰ ਹੁਣ ਆਪਾਂ ਗੁੰਨਣਾ ਸ਼ੁਰੂ ਕਰ ਦਿੱਤਾ ਵਾ। ਜਿੰਨਾ ਤੁਸੀਂ ਇਹਨੂੰ ਜ਼ੋਰ ਦੇ ਨਾਲ ਗੁੰਨੋਗੇ, ਥੋੜਾ ਤੇਜ਼ ਹੱਥ ਦੇ ਨਾਲ, ਤੇ ਉਨਾ ਹੀ ਬਹੁਤ ਜਲਦੀ ਤੁਹਾਡਾ ਆਟਾ ਜਿਹੜਾ 2 ਤੋਂ 3 ਮਿੰਟ ਲੱਗਣਗੇ ਕਿ ਆਟਾ ਜ਼ਬਰਦਸਤ ਜਿਹਾ ਮੱਖਣ ਮਲਾਈ ਤਰ੍ਹਾਂ ਦਾ ਨਰਮ ਤੇ ਸੌਫਟ ਗੁੰਨ ਹੋਏਗਾ ਤੁਹਾਡਾ ਆਟਾ, ਤੇ ਬਹੁਤ ਹੀ ਲਚੀਲਾ ਹੋਏਗਾ। ਆਟੇ 'ਚ ਜਿੰਨੀ ਜ਼ਿਆਦਾ ਲਚਕ ਹੁੰਦੀ ਆ ਓਨਾ ਹੀ ਜ਼ਬਰਦਸਤ ਜਿਹੜੀ ਆ ਰੋਟੀ ਬਣਦੀ ਆ। ਜਿੰਨਾ ਅੱਛਾ ਤੁਸੀਂ ਆਟਾ ਗੁੰਨੋਗੇ ਉਨੀ ਅੱਛੀ ਰੋਟੀ ਬਣੇਗੀ, ਰੋਟੀ ਫੁੱਲੀ ਫੁੱਲੀ ਬਣੇਗੀ। ਤੇ ਜੇ ਤੁਹਾਡੇ ਕੋਲੋਂ ਆਟਾ ਨਰਮ ਹੋ ਜਾਵੇ ਤੇ ਫਿਰ ਤੁਹਾਨੂੰ ਮੈਂ ਦੱਸ ਹੀ ਦਿੱਤਾ ਵਾ ਕਿ ਤੁਸੀਂ ਥੋੜਾ ਜਿਹਾ ਸਖਤ ਸੁੱਕਾ ਆਟਾ ਥੋੜਾ ਜਿਹਾ ਪਾ ਕੇ ਉਹਨੂੰ ਸਖਤ ਕਰ ਸਕਦੇ ਹੋ, ਲੇਕਿਨ ਉਹਦੇ ਵਿੱਚ ਇਸ ਤਰ੍ਹਾਂ ਹੁੰਦਾ ਵਾ ਕਿ ਬਾਜ਼ ਔਕਾਤ ਫਿਰ ਜਿਹੜਾ ਵਾ ਨਾ ਉਹਦੇ ਨਾਲ ਗੁਟਲੀਆਂ ਵੀ ਬਣ ਜਾਂਦੀਆਂ। ਇਸ ਲਈ ਕੋਸ਼ਿਸ਼ ਕਰੋ ਪਹਿਲੇ ਹੀ ਥੋੜਾ ਥੋੜਾ ਪਾਣੀ ਪਾ ਕੇ ਆਟੇ ਨੂੰ ਤੁਸੀਂ ਥੋੜਾ ਜਿਹਾ ਸਖਤ ਰੱਖੋ, ਉਸ ਤੋਂ ਬਾਅਦ ਪਾਣੀ ਦਾ ਹੱਥ ਲਾ ਲਾ ਕੇ ਇਹਨੂੰ ਗੁੰਨੋ। ਜਿੰਨਾ ਪਾਣੀ ਦਾ ਹੱਥ ਲਾ ਕੇ ਗੁੰਨੋਗੇ ਉਨੀ ਆਟੇ ਦੇ ਵਿੱਚ ਠੰਡੀ ਤਾਸੀਰ ਪੈਦਾ ਹੋਏਗੀ। 1 ਚਮਚ ਮੈਂ ਹੁਣ ਨਮਕ ਦਾ ਸ਼ਾਮਿਲ ਕਰ ਦਿੱਤਾ ਵਾ ਤੇ ਉਹਨੂੰ ਥੋੜਾ ਜਿਹਾ ਗਿੱਲਾ ਕਰ ਲਿਆ ਸੀਗਾ ਨਮਕ ਨੂੰ, ਤੇ ਹੁਣ ਆਟੇ ਨੂੰ ਦੁਬਾਰਾ ਆਪਾਂ ਉਹਦੇ ਵਿੱਚ ਮਿਕਸ ਕਰ ਲਿਆ, ਨਮਕ ਨੂੰ ਆਟੇ ਦੇ ਵਿੱਚ ਅੱਛੇ ਤਰੀਕੇ ਨਾਲ ਮਸਲ ਕੇ। ਤੇ ਇਹ ਦੇਖੋ ਮਾਸ਼ਾਅੱਲਾ ਜ਼ਬਰਦਸਤ ਜਿਹਾ ਕਿੰਨਾ ਜ਼ਬਰਦਸਤ ਆਪਣਾ ਆਟਾ ਹੋ ਗਿਆ। ਜਦੋਂ ਆਪਾਂ ਇਸ ਸਟੈਪ 'ਤੇ ਆਟਾ ਨਮਕ ਪਾਉਂਦੇ ਹਾਂ ਨਾ, ਥੋੜਾ ਜਿਹਾ ਆਟਾ ਗੁੰਨਣ ਤੋਂ ਬਾਅਦ, ਫਿਰ ਬਹੁਤ ਹੀ ਜਲਦੀ ਆਟਾ ਜਿਹੜਾ ਵਾ ਨਾ ਫਲੈਕਸੀਬਲ ਹੋ ਜਾਂਦਾ ਵਾ ਤੇ ਜ਼ਬਰਦਸਤ ਜਿਹਾ ਆਟਾ ਆਪਣਾ ਗੁੰਨ ਹੋ ਜਾਂਦਾ ਵਾ। ਤੇ ਇਹ ਦੇਖੋ ਮਾਸ਼ਾਅੱਲਾ 3 ਤੋਂ 4 ਮਿੰਟ ਲੱਗੇ ਆ ਤੇ ਜ਼ਬਰਦਸਤ ਜਿਹਾ ਆਟਾ ਆਪਣਾ ਗੁੰਨ ਕੇ ਤਿਆਰ ਹੋ ਗਿਆ ਵਾ। ਤੁਸੀਂ ਚਾਹੋ ਤੇ ਆਟੇ ਦੇ ਵਿੱਚ ਥੋੜਾ ਜਿਹਾ ਘੀ ਵੀ ਸ਼ਾਮਿਲ ਕਰ ਸਕਦੇ ਹੋ ਤੇ ਉਹਦੇ ਨਾਲ ਵੀ ਜਿਹੜੀ ਤੁਹਾਡੀ ਰੋਟੀ ਨਰਮ ਤੇ ਫੁੱਲੀ ਫੁੱਲੀ ਹੋਈ ਬਣੇਗੀ, ਲੇਕਿਨ ਮੈਂ ਇੱਥੇ ਘੀ ਸ਼ਾਮਿਲ ਨਹੀਂ ਕੀਤਾ, ਮੈਂ ਸਿਰਫ ਨਮਕ ਦਾ ਹੀ ਇਸਤੇਮਾਲ ਕੀਤਾ। ਨਮਕ ਤੇ ਠੰਡੇ ਪਾਣੀ ਦੇ ਨਾਲ ਵੀ ਬਹੁਤ ਹੀ ਜ਼ਬਰਦਸਤ ਜਿਹਾ ਆਟਾ ਜਿਹੜਾ ਆਪਣਾ ਗੁੰਨ ਕੇ ਤਿਆਰ ਹੋ ਜਾਂਦਾ ਵਾ। ਤੇ ਜੇ ਤੁਸੀਂ ਬਰਤਨ ਨੂੰ ਕੱਚੇ ਬਰਤਨ ਦੇ ਵਿੱਚ ਇਸ ਤਰ੍ਹਾਂ ਆਟੇ ਨੂੰ ਗੁੰਨੋਗੇ ਤੇ ਉਹਦੇ ਨਾਲ ਆਟੇ ਵਿੱਚ ਠੰਡੀ ਤਾਸੀਰ ਪੈਦਾ ਹੋਏਗੀ, ਨਾਲੇ ਪਾਣੀ ਜਦੋਂ ਆਪਾਂ ਬਾਰ-ਬਾਰ ਲਾ ਕੇ ਆਟੇ ਨੂੰ ਗੁੰਨਾਂਗੇ ਉਹਦੇ ਨਾਲ ਵੀ ਠੰਡੀ ਤਾਸੀਰ ਪੈਦਾ ਹੁੰਦੀ ਹੈ ਆਟੇ ਵਿੱਚ। ਦੇਖੋ ਮਾਸ਼ਾਅੱਲਾ ਜ਼ਬਰਦਸਤ ਜਿਹਾ ਆਟਾ ਆਪਣਾ ਗੁੰਝ ਗਿਆ ਵਾ। ਤੇ ਜਦੋਂ ਆਪਾਂ ਇਸ ਤਰੀਕੇ ਨਾਲ ਆਟੇ ਨੂੰ ਹੱਥਾਂ ਦੇ ਨਾਲ ਗੁੰਨੀਦਾ ਵਾ, ਫੌਰੀ ਤੇਜ਼ ਆਟਾ ਤੁਸੀਂ ਗੁੰਨੋਗੇ ਤੇ ਉਹਦੇ ਨਾਲ ਜਿਹੜਾ ਨਾ ਆਟਾ ਤੁਹਾਡਾ ਜਿਹੜਾ ਨਾ ਬਹੁਤ ਹੀ ਜਲਦੀ ਜਿਹੜਾ ਨਾ ਗੁੰਨ ਕੇ ਤਿਆਰ ਹੋ ਜਾਏਗਾ। ਤੇ ਇੱਕ ਕੰਮ ਨੂੰ ਲਟਕਾਉਣਾ ਨਹੀਂ ਪਏਗਾ ਤੇ ਫੌਰੀ ਤੁਸੀਂ ਇਹਦੀ ਰੋਟੀ ਵੀ 2-3 ਮਿੰਟ ਬਾਅਦ ਬਣਾ ਸਕਦੇ ਹੋ।
ਤੇ ਆਪਣਾ ਜ਼ਬਰਦਸਤ ਜਿਹਾ ਆਟਾ ਗੁੰਨ ਕੇ ਤਿਆਰ ਹੋ ਗਿਆ। ਤੁਸੀਂ ਚਾਹੋ ਤਾਂ ਇਹਦੇ ਉੱਪਰ ਘੀ ਦਾ ਹੱਥ ਲਾ ਕੇ ਵੀ ਰੱਖ ਦਿਓ। ਜੇ ਤੁਸੀਂ ਜ਼ਿਆਦਾ ਦੇਰ ਤੱਕ ਆਟੇ ਨੂੰ ਰੱਖਣਾ ਹੋਵੇ ਤਾਂ ਉੱਪਰ ਥੋੜ੍ਹੀ ਜਿਹੀ ਲੇਅਰ ਘੀ ਦੀ ਲਾ ਦਿਓ, ਤਾਂ ਕਿ ਜਿਹੜਾ ਨਾ ਆਟਾ ਤੁਹਾਡਾ ਖ਼ਰਾਬ ਨਾ ਹੋਵੇ। ਤੇ ਇਸ ਲਈ ਮੈਂ ਤੇ ਹੁਣੀ ਤਾਜ਼ਾ ਆਟਾ ਅਸੀਂ ਇਸਤੇਮਾਲ ਕਰ ਲੈਣਾ, ਇਸ ਲਈ ਮੈਂ ਘੀ ਲਾਉਣ ਦੀ ਜ਼ਰੂਰਤ ਮੈਨੂੰ ਪੇਸ਼ ਨਹੀਂ ਆਈ। ਤੇ ਮੈਨੂੰ ਕਿਚਨ ਟਾਵਲ ਦੇ ਨਾਲ ਢੱਕ ਦਿੱਤਾ ਵਾ। ਜ਼ਬਰਦਸਤ ਜਿਹਾ ਆਟਾ ਆਪਣਾ ਤਿਆਰ ਹੋ ਗਿਆ ਵਾ। 3 ਤੋਂ 4 ਮਿੰਟ ਵਾਸਤੇ ਇਹਨੂੰ ਰੈਸਟ ਦਿਓ। ਉਸ ਤੋਂ ਬਾਅਦ ਪੇੜੇ ਕਰੋ। ਪੇੜੇ ਨੂੰ ਵੀ 1 ਤੋਂ 2 ਮਿੰਟ ਵਾਸਤੇ ਜੇ ਤੁਸੀਂ ਰੈਸਟ ਦੇ ਦਿਓ ਤਾਂ ਫਿਰ ਹੋਰ ਵੀ ਜ਼ਬਰਦਸਤ ਤੁਹਾਡੀ ਰੋਟੀ ਬਣ ਕੇ ਤਿਆਰ ਹੁੰਦੀ ਆ। ਜ਼ਬਰਦਸਤ ਜਿਹਾ ਆਟਾ ਆਪਣਾ ਗੁੰਨ ਕੇ ਤਿਆਰ ਹੋ ਗਿਆ। ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਜੇ। ਚੈਨਲ 'ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਆ ਜੇ। ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਆ ਤਾਂ ਕਿ ਆਉਣ ਵਾਲੀ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ। ਅੱਲਾ ਹਾਫਿਜ਼।